ਜੇਕਰ ਆਨਲਾਈਨ ਕਾਰੋਬਾਰ ਵਿੱਚ ਸਖਤ ਮਿਹਨਤ ਦੇ ਬਾਵਜੂਦ ਵੀ ਨਤੀਜੇ ਨਹੀਂ ਮਿਲ ਰਹੇ ਤਾਂ ਇਹ ਕੋਈ ਨਵੀਂ ਗੱਲ ਨਹੀਂ, ਇਹ ਇੱਕ ਬਹੁਤ ਹੀ ਆਮ ਚੁਣੌਤੀ ਹੈ। ਚਲੋ ਅੱਜ ਆਪਾਂ ਇਸੇ ਗੱਲ ਦੀ ਤਹਿ ਤੱਕ ਜਾਂਦੇ ਹਾਂ ਅਤੇ ਇੱਕ ਖਾਸ ਸਰੋਤ ਦੀ ਸਲਾਹ ਦੇ ਆਧਾਰ ਤੇ ਸਮਝਦੇ ਹਾਂ ਕਿ ਆਖਿਰ ਗੜਬੜ ਹੁੰਦੀ ਕਿੱਥੇ ਹੈ ਤੇ ਇਸ ਦਾ ਅਸਲ ਹੱਲ ਕੀ ਹੈ। ਇਹ ਸਵਾਲ ਜਾਣਿਆ ਪਛਾਣਿਆ ਲੱਗਦਾ ਹੈ ਨਾ? ਬਹੁਤ ਸਾਰੇ ਲੋਕ ਪੂਰੀ ਜਾਨ ਲਾ ਦਿੰਦੇ ਨੇ, ਪਰ ਉਹਨਾਂ ਨੂੰ ਉਹ ਤਰੱਕੀ ਨਹੀਂ ਦਿਸਦੀ ਜਿਸ ਦੀ ਉਹ ਉਮੀਦ ਕਰ ਰਹੇ ਹੁੰਦੇ ਨੇ, ਅਤੇ ਇਹ ਸਥਿਤੀ ਸੱਚੀ ਬਹੁਤ ਨਿਰਾਸ਼ਾਜਨਕ ਹੋ ਸਕਦੀ ਹੈ। ਆਓ ਦੇਖੀਏ ਕਿ ਇਸ ਸਮੱਸਿਆ ਦੀ ਜੜ ਕੀ ਹੈ। ਤਾਂ ਫਿਰ ਆਓ ਇਸ ਦੀ ਤਹਿ ਤੱਕ ਜਾਈਏ। ਇਸ ਤੋਂ ਪਹਿਲਾਂ ਕਿ ਹੱਲ ਬਾਰੇ ਸੋਚੀਏ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅਸਲ ਰੁਕਾਵਟਾਂ ਹੈ ਕੀ, ਕਿਉਂਕਿ ਕਈ ਵਾਰ ਅਸਫਲਤਾ ਦੇ ਕਾਰਨ ਬਹੁਤ ਹੀ ਸਾਧਾਰਨ ਹੁੰਦੇ ਨੇ, ਪਰ ਸਾਡਾ ਧਿਆਨ ਹੀ ਉਹਨਾਂ ਵੱਲ ਨਹੀਂ ਜਾਂਦਾ। ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਸਮੱਸਿਆ ਹੈ ਦਿਸ਼ਾ ਦੀ ਕਮੀ। ਬਹੁਤ ਸਾਰੇ ਨਵੇਂ ਲੋਕਾਂ ਨੂੰ ਕਾਰੋਬਾਰ 'ਚ ਸ਼ਾਮਿਲ ਤਾਂ ਕਰਵਾ ਲਿਆ ਜਾਂਦਾ, ਪਰ ਉਹਨਾਂ ਨੂੰ ਕੋਈ ਸਾਫ਼-ਸਾਫ਼ ਪਲਾਨ ਨਹੀਂ ਦਿੱਤਾ ਜਾਂਦਾ ਕਿ ਕਰਨਾ ਕੀ ਹੈ। ਇਹ ਤਾਂ ਇੰਜ ਹੈ ਜਿਵੇਂ ਕਿਸੇ ਨੂੰ ਸਮੁੰਦਰ ਦੇ ਵਿਚਕਾਰ ਕਿਸ਼ਤੀ ਤੇ ਬਿਠਾ ਦਿੱਤਾ ਹੋਵੇ, ਪਰ ਇਹ ਦੱਸਿਆ ਹੀ ਨਾ ਹੋਵੇ ਕਿ ਚੱਪੂ ਕਿੱਧਰ ਨੂੰ ਚਲਾਉਣਾ ਹੈ। ਦੂਜਾ ਵੱਡਾ ਮੁੱਦਾ ਹੈ ਅਪਲਾਈਨ ਦਾ, ਯਾਨੀ ਕਿ ਉਹ ਵਿਅਕਤੀ ਜੋ ਕਿਸੇ ਨੂੰ ਕਾਰੋਬਾਰ ਵਿੱਚ ਲਿਆਉਂਦਾ ਹੈ। ਪਰ ਅਕਸਰ ਕੀ ਹੁੰਦਾ ਹੈ, ਜਾਂ ਤਾਂ ਉਹ ਸਹੀ ਸਹਾਇਤਾ ਨਹੀਂ ਦਿੰਦੇ ਜਾਂ ਫਿਰ ਉਹ ਖੁਦ ਹੀ ਕੰਮ ਛੱਡ ਚੁੱਕੇ ਹੁੰਦੇ ਨੇ। ਅਜਿਹੇ ਵਿੱਚ ਨਵਾਂ ਬੰਦਾ ਪੂਰੀ ਤਰ੍ਹਾਂ ਇਕੱਲਾ ਤੇ ਬੇਸਹਾਰਾ ਮਹਿਸੂਸ ਕਰਦਾ ਹੈ। ਅਤੇ ਤੀਜੀ ਰੁਕਾਵਟ ਗਿਆਨ ਦੀ ਕਮੀ। ਲੋਕ ਜੋਸ਼-ਜੋਸ਼ ਵਿੱਚ ਕੰਮ ਸ਼ੁਰੂ ਤੱਕ ਕਰ ਲੈਂਦੇ ਨੇ, ਪਰ ਉਹਨਾਂ ਨੂੰ ਕੰਪਨੀ ਦੀਆਂ ਨੀਤੀਆਂ ਜਾਂ ਕਮਿਸ਼ਨ ਕਿਵੇਂ ਕੰਮ ਕਰਦਾ ਹੈ, ਇਹ ਸਭ ਕੁਝ ਪਤਾ ਹੀ ਨਹੀਂ ਹੁੰਦਾ। ਇਹੀ ਅਧੂਰਾ ਗਿਆਨ ਬਾਅਦ ਵਿੱਚ ਵੱਡੀਆਂ ਗਲਤੀਆਂ ਅਤੇ ਨਿਰਾਸ਼ਾ ਦਾ ਕਾਰਨ ਬਣਦਾ ਹੈ। ਇਸ ਲਈ ਕਹਿੰਦੇ ਨੇ ਕਿ ਇਲਾਜ ਨਾਲੋਂ ਪਰਹੇਜ਼ ਚੰਗਾ, ਯਾਨੀ ਕਿ ਕਿਸੇ ਵੀ ਕੰਮ ਵਿੱਚ ਹਾਲ ਮਾਰਨ ਤੋਂ ਪਹਿਲਾਂ ਸਹੀ ਸਵਾਲ ਪੁੱਛਣੇ ਬਹੁਤ ਜ਼ਰੂਰੀ ਨੇ। ਸਿਸਟਮ ਕੀ ਹੈ, ਕੀ ਸਿਖਾਇਆ ਜਾਵੇਗਾ, ਇਹ ਸਪਸ਼ਟਤਾਈ ਹੀ ਪਹਿਲਾਂ ਦੱਸੀਆਂ ਸਾਰੀਆਂ ਸਮੱਸਿਆਵਾਂ ਤੋਂ ਬਚਾ ਸਕਦੀ ਹੈ। ਚਲੋ ਸਮੱਸਿਆਵਾਂ ਤਾਂ ਸਮਝ ਆ ਗਈਆਂ, ਪਰ ਹੁਣ ਹੱਲ ਦੀ ਗੱਲ ਕਰਦੇ ਹਾਂ। ਤੇ ਮਜ਼ੇ ਦੀ ਗੱਲ ਇਹ ਹੈ ਕਿ ਹੱਲ ਸਾਰਿਆਂ ਲਈ ਇੱਕੋ ਜਿਹਾ ਨਹੀਂ ਹੈ। ਸਲਾਹ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕੋਈ ਕਾਰੋਬਾਰ ਵਿੱਚ ਬਿਲਕੁਲ ਨਵਾਂ ਹੈ ਜਾਂ ਉਸ ਨੂੰ ਕੁਝ ਸਮਾਂ ਹੋ ਗਿਆ ਹੈ। ਇੱਥੇ ਦੇਖੋ, ਦੋ ਬਿਲਕੁਲ ਵੱਖ-ਵੱਖ ਰਸਤੇ ਦਿਖਾਏ ਗਏ ਨੇ। ਜਿਹੜੇ ਹੁਣੇ-ਹੁਣੇ ਆਏ ਨੇ ਉਹਨਾਂ ਦਾ ਕੰਮ ਹੈ ਸਿਰਫ ਸਿੱਖਣਾ, ਨੀਂਹ ਪੱਕੀ ਕਰਨਾ, ਜਿਵੇਂ ਕੋਈ ਇਮਾਰਤ ਬਣਾਉਣ ਤੋਂ ਪਹਿਲਾਂ ਕਰਦਾ ਏ। ਤੇ ਦੂਜੇ ਪਾਸੇ ਜਿਨ੍ਹਾਂ ਨੂੰ ਕੁਝ ਮਹੀਨੇ ਹੋ ਗਏ, ਉਹਨਾਂ ਦਾ ਫੋਕਸ ਹੁਣ ਸਿੱਧਾ ਕੰਮ ਕਰਨ ਤੇ ਹੋਣਾ ਚਾਹੀਦਾ ਏ, ਜਿਵੇਂ ਕਿ ਲੀਡ ਪੈਦਾ ਕਰਨਾ ਤੇ ਸੇਲਸ ਕਰਨਾ। ਪਰ ਭਾਵੇਂ ਕੋਈ ਨਵਾਂ ਹੋਵੇ ਜਾਂ ਪੁਰਾਣਾ, ਪੂਰਾ ਦਾ ਪੂਰਾ ਬਿਜ਼ਨਸ ਸਿਰਫ ਦੋ ਮੁੱਖ ਕੰਮਾਂ ਤੇ ਖੜਾ ਹੈ। ਜੇ ਦੋ ਕੰਮ ਸਹੀ ਤਰੀਕੇ ਨਾਲ ਕੀਤੇ ਜਾਣ ਤਾਂ ਨਤੀਜੇ ਆਪਣੇ ਆਪ ਆਉਣੇ ਸ਼ੁਰੂ ਹੋ ਜਾਂਦੇ ਨੇ। ਆਓ ਦੇਖੀਏ ਕਿ ਉਹ ਦੋ ਮੁੱਖ ਥੰਬ ਕੀ ਹਨ। ਹੈਰਾਨੀ ਹੁੰਦੀ ਹੈ ਨਾ, ਸਿਰਫ ਦੋ, ਹਜ਼ਾਰਾਂ ਚੀਜ਼ਾਂ ਚੁਲਝਣ ਦੀ ਲੋੜ ਹੀ ਨਹੀਂ। ਪੂਰਾ ਫੋਕਸ ਸਿਰਫ ਦੋ ਕੰਮਾਂ ਤੇ। ਇਹੀ ਇਸ ਪੂਰੀ ਗੱਲ ਦਾ ਸਭ ਤੋਂ ਵੱਡਾ ਰਾਜ਼ ਹੈ। ਇਹ ਸਾਦਗੀ ਹੀ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਅਤੇ ਉਹ ਦੋ ਥੰਮ ਇਹ ਹਨ, ਪਹਿਲਾ ਲੋਕਾਂ ਨੂੰ ਆਪਣੇ ਨਾਲ ਟੀਮ ਵਿੱਚ ਲਿਆਉਣਾ ਅਤੇ ਦੂਜਾ ਕੰਪਨੀ ਦਾ ਸਮਾਨ ਵੇਚਣਾ। ਬਸ ਪਹਿਲੇ ਕੰਮ ਲਈ ਸਿਸਟਮ ਦੀ ਤਾਕਤ ਦਿਖਾਉਣੀ ਪਵੇਗੀ ਤੇ ਦੂਜੇ ਲਈ ਵੇਚਣ ਦੀ ਕਲਾ ਸਿੱਖਣੀ ਪਵੇਗੀ। ਬਾਕੀ ਸਭ ਕੁਝ ਬਾਅਦ ਦੀ ਗੱਲ ਹੈ। 90% ਧਿਆਨ ਇਹਨਾਂ ਦੋਵਾਂ ਤੇ ਹੋਣਾ ਚਾਹੀਦਾ ਹੈ। ਪਰ ਰੁਕੋ, ਇੱਕ ਵਧੀਆ ਸਿਸਟਮ ਤੇ ਕੰਮ ਕਰਨ ਦਾ ਤਰੀਕਾ ਹੋਣਾ ਹੀ ਸਭ ਕੁਝ ਨਹੀਂ ਹੈ। ਇੱਕ ਹੋਰ ਚੀਜ਼ ਹੈ ਜੋ ਇਸ ਸਭ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਇੱਕ ਅਜਿਹੀ ਨੀਂਹ ਜਿਸ ਦੇ ਬਿਨਾਂ ਸਾਰੀ ਮਿਹਨਤ ਬੇਕਾਰ ਹੋ ਸਕਦੀ ਹੈ। ਸਰੋਤ ਦੀ ਇਹ ਲਾਈਨ ਬਹੁਤ ਕੁਝ ਕਹਿੰਦੀ ਹੈ। ਇਹ ਆਨਲਾਈਨ ਕੰਮ ਅਜਿਹਾ ਹੈ ਜੋ ਪਹਿਲਾਂ ਤੁਹਾਡੇ ਸਬਰ ਦੀ ਪਰੀਖਿਆ ਲੈਂਦਾ ਹੈ। ਮਤਲਬ ਸਾਫ਼ ਹੈ, ਇਹ ਕੋਈ 2 ਦਿਨ ਦੀ ਖੇਡ ਨਹੀਂ ਹੈ। ਇੱਥੇ ਸਫਲਤਾ ਰਾਤੋਂ ਰਾਤ ਨਹੀਂ ਮਿਲਦੀ। ਇੱਥੇ ਟਿਕੇ ਰਹਿਣ ਲਈ ਸਭ ਤੋਂ ਵੱਧ ਧੀਰਜ ਦੀ ਲੋੜ ਹੈ। ਇਸੇ ਚੀਜ਼ ਨੂੰ ਮਜ਼ਬੂਤ ਕਿਉਂ ਕਿਹਾ ਜਾਂਦਾ ਹੈ? ਇਹ ਸਿਰਫ ਪੈਸਾ ਕਮਾਉਣ ਦੀ ਗੱਲ ਨਹੀਂ, ਇਹ ਉਹ ਅਸਲੀ ਵਜ੍ਹਾ ਹੈ, ਉਹ ਡੂੰਘਾ ਕਾਰਨ ਜਿਸ ਕਰਕੇ ਕੰਮ ਸ਼ੁਰੂ ਕੀਤਾ ਗਿਆ ਸੀ। ਜਦੋਂ ਹਿੰਮਤ ਟੁੱਟਣ ਲੱਗਦੀ ਹੈ ਤਾਂ ਇਹੀ ਕਿਉਂ ਅੱਗੇ ਵਧਣ ਦਾ ਸਹਾਰਾ ਬਣਦਾ ਹੈ। ਇਸ ਗੱਲ ਤੇ ਵਾਰ-ਵਾਰ ਜ਼ੋਰ ਦਿੱਤਾ ਗਿਆ ਹੈ, ਤੁਹਾਡਾ ਕਿਉਂ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਨੂੰ ਆਪਣੇ ਜਹਾਜ਼ ਦਾ ਲੰਗਰ ਸਮਝੋ। ਜਦੋਂ ਮੁਸ਼ਕਿਲਾਂ ਦਾ ਤੂਫਾਨ ਆਉਂਦਾ ਹੈ ਤਾਂ ਇਹੀ ਮਜ਼ਬੂਤ ਕਾਰਨ ਤੁਹਾਨੂੰ ਡੁੱਬਣ ਤੋਂ ਬਚਾਉਂਦਾ ਹੈ ਅਤੇ ਹਾਰ ਨਾ ਮੰਨਣ ਦੀ ਤਾਕਤ ਦਿੰਦਾ ਹੈ। ਤਾਂ ਫਿਰ ਇਹ ਇੱਕ ਪੂਰਾ ਪੈਕੇਜ ਹੈ। ਸਿਰਫ ਇੱਕ ਮਜ਼ਬੂਤ ਕਾਰਨ ਹੀ ਕਾਫੀ ਨਹੀਂ। ਉਸ ਕਾਰਨ ਨੂੰ ਪੂਰਾ ਕਰਨ ਲਈ ਸਾਫ਼-ਸਾਫ਼ ਟੀਚੇ, ਇੱਕ ਸਪਸ਼ਟ ਮੰਜ਼ਿਲ ਅਤੇ ਫਿਰ ਉਸ ਮੰਜ਼ਿਲ ਤੱਕ ਪਹੁੰਚਣ ਲਈ ਜੀ-ਤੋੜ ਮਿਹਨਤ। ਜਦੋਂ ਇਹ ਸਭ ਕੁਝ ਇਕੱਠਾ ਹੁੰਦਾ ਹੈ ਤਾਂ ਹੀ ਗੱਲ ਬਣਦੀ ਹੈ। ਤਾਂ ਫਿਰ ਅਸੀਂ ਸਮੱਸਿਆ ਨੂੰ ਸਮਝਿਆ, ਹੱਲ ਵੀ ਦੇਖ ਲਏ ਤੇ ਸਭ ਤੋਂ ਜ਼ਰੂਰੀ ਨੀਂਹ ਦੀ ਗੱਲ ਵੀ ਕਰ ਲਈ। ਹੁਣ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਦੇ ਹਾਂ ਕਿ ਸਫਲਤਾ ਦਾ ਅਸਲੀ ਰਸਤਾ ਹੈ ਕੀ।
ਅਖੀਰ ਵਿੱਚ ਸਾਰੀ ਗੱਲ ਦਾ ਨਿਚੋੜ ਇਹੀ ਹੈ, ਸਬਰ ਰੱਖੋ, ਲਗਾਤਾਰ ਸਿੱਖਦੇ ਰਹੋ ਅਤੇ ਜੋ ਸਿੱਖਿਆ ਹੈ ਉਸ ਨੂੰ ਅਮਲ ਵਿੱਚ ਲਿਆਉਂਦੇ ਰਹੋ। ਇਹ ਕੋਈ ਲੋਟਰੀ ਨਹੀਂ ਹੈ ਕਿ ਰਾਤੋਂ-ਰਾਤ ਨਤੀਜੇ ਮਿਲ ਜਾਣਗੇ। ਇਹ ਇੱਕ ਮੈਰਾਥਨ ਹੈ, 100 ਮੀਟਰ ਦੀ ਦੌੜ ਨਹੀਂ। ਅਤੇ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਵੱਡੇ ਸਵਾਲ ਤੇ ਲਿਆ ਕੇ ਛੱਡਦੀ ਹੈ। ਸਫਲਤਾ ਅਸਲ ਵਿੱਚ ਕਿਸ ਚੀਜ਼ ਤੇ ਨਿਰਭਰ ਕਰਦੀ ਹੈ? ਇੱਕ ਚੰਗੇ ਸਿਸਟਮ ਤੇ ਜਾਂ ਫਿਰ ਉਸ ਇਨਸਾਨ ਦੀ ਸੋਚ ਅਤੇ ਮਿਹਨਤ ਤੇ ਜਿਹੜਾ ਉਸ ਸਿਸਟਮ ਨੂੰ ਚਲਾ ਰਿਹਾ ਹੈ? ਇਸ ਬਾਰੇ ਸੋਚਣਾ ਤਾਂ ਬਣਦਾ ਹੈ।